ਗੁੱਡ ਮਾਰਨਿੰਗ ਸਟੂਡੈਂਟਸ। ਜੋ ਵੀ ਸਟੂਡੈਂਟਸ ਆਇਲਸ ਦੀਆਂ ਪ੍ਰੋਬਲਮਸ ਨੂੰ ਫੇਸ ਕਰ ਰਹੇ ਆ ਸਪੈਸ਼ਲੀ ਰਿਲੇਟਡ ਟੂ ਸਪੀਕਿੰਗ, ਤਾਂ ਉਹ ਇਸ ਵੀਡੀਓ ਨੂੰ ਦੇਖ ਸਕਦੇ ਆ। ਦੇਖ ਕੇ ਇੰਪਲੀਮੈਂਟ ਕਰਨਗੇ ਤਾਂ ਡੈਫੀਨੇਟਲੀ ਦੇ ਕੈਨ ਸਕੋਰ ਦੇਅਰ ਰਿਕੁਆਇਰਡ ਬੈਂਡ ਸਕੋਰ ਇਨ ਆਇਲਸ। ਐਂਡ ਇਹ ਮੇਰਾ ਪਰਸਨਲ ਐਕਸਪੀਰੀਅੰਸ ਆ। ਮੇਰੇ ਆਇਲਸ ਦੇ ਵਿੱਚੋਂ ਸਪੀਕਿੰਗ 'ਚੋਂ 8 ਬੈਂਡ ਆਈ ਸੀ। ਮੈਂ ਉਸ ਬਿਹਾਫ 'ਤੇ ਇਹ ਵੀਡੀਓ ਬਣਾ ਰਹੀ ਹਾਂ। ਤਾਂ ਮੈਂ ਸਟਾਰਟ ਕਰਨ ਲੱਗੀ ਹਾਂ ਕਿ ਸਪੀਕਿੰਗ ਜਦੋਂ ਤੁਸੀਂ ਦੇਣ ਜਾਂਦੇ ਹੋ, ਠੀਕ ਹੈ, ਤਾਂ ਕਿੱਦਾਂ ਦਾ ਐਕਸਪੀਰੀਅੰਸ ਹੁੰਦਾ ਤੁਹਾਡਾ, ਕਿਵੇਂ ਤੁਸੀਂ ਉਹਨੂੰ ਹੈਂਡਲ ਕਰਨਾ, ਠੀਕ ਹੈ, ਕਦੋਂ ਪੇਪਰ ਹੁੰਦਾ, ਠੀਕ ਹੈ, ਕਿਵੇਂ ਦਾ ਪੇਪਰ ਹੁੰਦਾ, ਉਹਦੇ ਬਾਰੇ ਡਿਸਕਸ਼ਨ ਸਾਰਾ ਮੈਂ ਸ਼ੁਰੂ ਕਰਦੀ ਹਾਂ ਹੁਣੇ ਤੁਹਾਡੇ ਨਾਲ। ਫਸਟ ਆਫ ਆਲ, ਜਦੋਂ ਤੁਸੀਂ ਐਗਜ਼ਾਮ ਫਿਲ ਕਰ ਦਿੰਦੇ ਹੋ, ਤੁਹਾਡੇ 3 ਐਗਜ਼ਾਮ ਔਨ ਦਾ ਸੇਮ ਡੇ ਹੁੰਦੇ ਆ, ਲਿਸਨਿੰਗ, ਰੀਡਿੰਗ ਐਂਡ ਰਾਈਟਿੰਗ। ਉਸ ਤੋਂ ਬਾਅਦ ਸਪੀਕਿੰਗ ਆ ਜਿਹੜਾ ਔਨ ਡਿਫਰੈਂਟ ਡੇ ਹੁੰਦਾ। ਤਾਂ 3 ਪੇਪਰ ਆਪਣੇ ਜਿਹੜੇ ਲਿਸਨਿੰਗ, ਰੀਡਿੰਗ ਅਤੇ ਰਾਈਟਿੰਗ ਨੇ ਉਹ ਸੇਮ ਡੇ ਹੋਣਗੇ। ਜਿਵੇਂ ਤੁਸੀਂ 21 ਤਰੀਕ ਦਾ ਐਗਜ਼ਾਮ ਭਰਤਾ, ਤਾਂ ਮੋਸਟ ਆਫ ਦੇ ਟਾਈਮਸ ਜਿਹੜਾ ਸਪੀਕਿੰਗ ਦਾ ਐਗਜ਼ਾਮ ਹੁੰਦਾ ਉਹ ਔਨ ਅਨਦਰ ਡੇ ਹੁੰਦਾ। ਔਨ ਅਨਦਰ ਡੇ ਮਤਲਬ ਹਫਤੇ ਦਾ ਗੈਪ ਹੋ ਸਕਦਾ ਉਹਦਾ, ਠੀਕ ਹੈ, 3 ਦਿਨ ਦਾ, 4 ਦਿਨ ਦਾ। ਉਹ ਡਿਫਰੈਂਸ਼ੀਏਟ ਕਰਦਾ। ਜਿਵੇਂ IDP ਵਾਲੇ ਪਹਿਲਾਂ ਕੀ ਕਰਦੇ ਸੀ ਕਿ ਤੁਹਾਨੂੰ ਚੂਜ਼ ਕਰਨ ਲਈ ਉਹਦੇ ਵਿੱਚ ਚਾਂਸਿਸ ਦੇ ਦਿੰਦੇ ਸੀ ਕੁਛ, ਠੀਕ ਹੈ, ਸ਼ੋਅ ਕਰ ਦਿੰਦੇ ਸੀ ਕੁਛ ਡੇਟਸ ਜਿਹੜੀਆਂ ਤੁਸੀਂ ਚੂਜ਼ ਕਰ ਸਕਦੇ। ਤਾਂ ਡੈਫੀਨੇਟਲੀ ਜਿਹੜਾ ਸਪੀਕਿੰਗ ਦਾ ਐਗਜ਼ਾਮ ਆ ਉਹ ਇੰਡੀਆ ਦੇ ਵਿੱਚ ਮੋਸਟਲੀ ਕੀ ਹੁੰਦਾ, ਕਿਸੇ ਹੋਰ ਦਿਨ ਹੁੰਦਾ। ਜਿਸ ਦਿਨ ਤੁਹਾਡੇ 3 ਐਗਜ਼ਾਮ ਆ ਉਸ ਦਿਨ ਨਹੀਂ ਹੋਊਗਾ। ਤਾਂ ਸਪੀਕਿੰਗ ਲਈ ਤੁਹਾਨੂੰ ਥੋੜ੍ਹਾ ਐਕਸਟਰਾ ਟਾਈਮ ਵੀ ਮਿਲ ਜਾਂਦਾ ਤਿਆਰੀ ਕਰਨ ਵਾਸਤੇ, ਠੀਕ ਹੈ ਜੀ। ਤਾਂ ਸਪੀਕਿੰਗ ਆ ਜਿਹੜੀ ਇਹ ਇੱਕ ਇੰਟਰਵਿਊ ਟਾਈਪ ਹੁੰਦੀ ਆ, ਅਤੇ ਇਹਦੇ ਵਿੱਚ 1 to 1 ਕਨਵਰਸੇਸ਼ਨ ਹੁੰਦਾ ਤੁਹਾਡਾ ਐਗਜ਼ਾਮੀਨਰ ਨਾਲ। ਜਿਹੜਾ ਐਗਜ਼ਾਮੀਨਰ ਆ ਉਹ ਹੋਟਲ ਰੂਮ ਦੇ ਵਿੱਚ ਬੈਠਾ ਹੋਏਗਾ। ਹੋਟਲ ਰੂਮ ਆ ਜਿਹੜਾ ਉਹਨੂੰ ਹੀ ਐਗਜ਼ਾਮੀਨੇਸ਼ਨ ਰੂਮ ਕੰਸੀਡਰ ਕੀਤਾ ਜਾਊਗਾ, ਠੀਕ ਹੈ। ਤਾਂ ਉੱਥੇ ਤੁਹਾਡੀ ਇਹ ਇੰਟਰਵਿਊ ਹੋਊ। ਐਗਜ਼ਾਮੀਨਰ ਤੁਹਾਨੂੰ ਡੈਫੀਨੇਟਲੀ ਇਹ ਗੱਲ ਕਹੂਗਾ ਕਿ ਤੁਸੀਂ ਕੀ ਕਰ ਸਕਦੇ ਹੋ, ਮਤਲਬ ਹੈਵ ਅ ਸੀਟ, ਠੀਕ ਹੈ, ਗੁੱਡ ਮਾਰਨਿੰਗ ਵਗੈਰਾ ਬੋਲੂਗਾ। ਤੁਸੀਂ ਉਹਨੂੰ ਵਿਸ਼ ਕਰਕੇ ਆਪਦਾ ਰਿਲੈਕਸ ਹੋ ਕੇ ਬਹਿ ਜਾਓ ਫਸਟ ਆਫ ਆਲ, ਠੀਕ ਹੈ, ਬਿਲਕੁਲ ਰਿਲੈਕਸ ਹੋ ਕੇ ਬਹਿ ਜਾਓ, ਠੀਕ ਹੈ। ਇਹ ਤੁਹਾਡੀ ਇੱਕ ਇੰਟਰਵਿਊ ਆ। ਅਤੇ ਇਹ ਇੱਕ ਹੋਰ ਗੱਲ ਦੱਸਾਂ, ਇਹ ਇਨਫੋਰਮਲ ਇੰਟਰਵਿਊ ਆ, ਠੀਕ ਹੈ ਜੀ। ਅਤੇ ਇਹਦੇ ਵਿੱਚ ਤੁਹਾਨੂੰ ਡਰਨ ਦੀ, ਘਬਰਾਉਣ ਦੀ ਕਿਸੇ ਤਰੀਕੇ ਦੀ ਕੋਈ ਲੋੜ ਨਹੀਂ ਹੈਗੀ, ਠੀਕ ਹੈ ਜੀ। ਤੁਸੀਂ ਆਰਾਮ ਨਾਲ ਰਿਲੈਕਸ ਹੋ ਕੇ ਬੈਠੋ ਫਸਟ ਆਫ ਆਲ। ਤਾਂ ਜਦੋਂ ਤੁਸੀਂ ਐਂਟਰ ਕਰ ਗਏ ਐਗਜ਼ਾਮੀਨੇਸ਼ਨ ਰੂਮ ਦੇ ਵਿੱਚ, ਮਤਲਬ ਹੋਟਲ ਰੂਮ ਦੇ ਵਿੱਚ ਤੁਸੀਂ ਐਂਟਰ ਕੀਤਾ, ਤੁਹਾਨੂੰ ਸਾਹਮਣੇ ਐਗਜ਼ਾਮੀਨਰ ਬੈਠਾ ਦਿਖੂਗਾ ਤੁਹਾਡੇ। ਐਗਜ਼ਾਮੀਨਰ ਹੈ ਜਿਹੜਾ ਉਹ ਤੁਹਾਡੇ ਨਾਲ ਫਰੈਂਡਲੀ ਬਿਹੇਵ ਕਰੂਗਾ, ਠੀਕ ਹੈ। ਉੱਥੇ ਘਬਰਾਉਣ ਦੀ ਕੋਈ ਲੋੜ ਨਹੀਂ, ਇਹ ਟੈਨਸ਼ਨ ਨਹੀਂ ਲੈਣੀ ਕਿ ਉਹ ਮੇਰੇ ਹੁਣੇ ਹੀ ਬੈਂਡ ਸਕੋਰ ਲਗਾ ਕੇ ਜਾਊਗਾ। ਐਵੇਂ ਦਾ ਕੁਛ ਨਹੀਂ ਹੁੰਦਾ। ਮੋਸਟ ਆਫ ਦੇ ਟਾਈਮਸ ਉਹ ਤੁਹਾਡੀ ਜਿਹੜੀ ਸਪੀਕਿੰਗ ਆ ਉਹਨੂੰ ਰਿਕਾਰਡ ਕਰਦੇ ਆ, ਅਤੇ ਰਿਕਾਰਡ ਕਰਕੇ ਬਾਅਦ 'ਚ ਉਹਨੂੰ 2 ਐਗਜ਼ਾਮੀਨਰ ਚੈੱਕ ਕਰਦੇ ਆ। ਜਿਵੇਂ ਤੁਸੀਂ ਯੂਨੀਵਰਸਿਟੀ ਐਗਜ਼ਾਮ ਦਿੰਦੇ ਹੋ ਨਾ, ਉਸੇ ਤਰ੍ਹਾਂ ਹੁੰਦਾ ਇਹ ਵੀ। ਹੁਣ ਤੁਹਾਡੀ ਸਪੀਕਿੰਗ ਸਟਾਰਟ ਹੋਣ ਲੱਗੀ ਆ। ਓਬਵੀਅਸਲੀ ਮੋਸਟ ਆਫ ਦੀ ਸਟੂਡੈਂਟਸ ਜਿਹੜੇ ਇੰਸਟੀਟਿਊਟਸ ਜਾਂਦੇ ਆ, ਕਿਸੇ ਵੀ ਤਰੀਕੇ ਨਾਲ ਪ੍ਰੀਪਰੇਸ਼ਨ ਕਰਦੇ ਆ, ਉਹਨਾਂ ਨੂੰ ਇੰਨੀ ਕੁ ਨੌਲੇਜ ਹੋਊਗੀ ਕਿ ਸਪੀਕਿੰਗ ਆ ਜਿਹੜੀ ਉਹ 3 ਸੈਕਸ਼ਨਸ ਦੇ ਵਿੱਚ ਡਿਵਾਈਡਡ ਹੁੰਦੀ ਆ। ਪਾਰਟ 1 ਹੁੰਦਾ, ਪਾਰਟ 2 ਹੁੰਦਾ ਅਤੇ ਪਾਰਟ 3 ਹੁੰਦਾ, ਠੀਕ ਹੈ ਜੀ। ਤਾਂ ਆਪਾਂ 1 by 1 ਡਿਸਕਸ਼ਨ ਕਰਾਂਗੇ। ਜਿਹੜਾ ਪਾਰਟ 1 ਹੈ, ਠੀਕ ਹੈ, ਉਹਨੂੰ ਮੋਸਟਲੀ ਇੰਟਰੋਡਕਟਰੀ ਕੁਐਸਚਨਸ ਵਾਲਾ ਪਾਰਟ ਬੋਲਦੇ ਆ, ਬਟ ਮੈਂ ਉਹਨੂੰ ਬੋਲਦੀ ਹਾਂ ਹੂ ਆਰ ਯੂ। ਕਿਸੇ ਟਾਈਮ ਕੋਈ ਫੋਰਨ ਤੋਂ ਕੋਈ ਬੰਦਾ ਆਇਆ ਸੀ, ਸੈਮੀਨਾਰ ਲਗਾਇਆ ਸੀ ਇੱਥੇ ਉਹਨੇ, ਉਹ ਆਇਲਸ ਐਗਜ਼ਾਮੀਨਰ ਸੀ, ਉਹਦਾ ਸੈਮੀਨਾਰ ਅਟੈਂਡ ਕੀਤਾ ਸੀ। ਤਾਂ ਉਹਨੇ ਇਹ ਗੱਲ ਦੱਸੀ ਸੀ ਕਿ ਇਨ ਦਾ ਫਸਟ ਸੈਕਸ਼ਨ, ਜਿਹਨੂੰ ਤੁਸੀਂ ਇੰਟਰੋਡਕਟਰੀ ਪਾਰਟ ਬੋਲਦੇ ਹੋ, ਉਹਦੇ ਵਿੱਚ ਐਗਜ਼ਾਮੀਨਰ ਤੁਹਾਡੇ ਤੋਂ ਕੀ ਪੁੱਛਣਾ ਚਾਹੁੰਦਾ, ਹੂ ਆਰ ਯੂ, ਤੁਸੀਂ ਕੌਣ ਹੋ, ਤੁਹਾਡਾ ਨਾਮ ਕੀ ਹੈ, ਕਿੱਥੇ ਰਹਿੰਦੇ ਹੋ, ID ਦੇਖ ਕੇ ਚੈੱਕ ਕਰੂਗਾ ਇੰਡੀਅਨ ਹੋ ਕਿਸੇ ਹੋਰ ਕੰਟਰੀ ਨੂੰ। ਮੀਨਜ਼ ਉਹ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਸਿੰਪਲੀ ਕਿ ਤੁਸੀਂ ਕੌਣ ਹੋ। ਤਾਂ ਤੁਸੀਂ ਉਹਨੂੰ ਐਕਸਪਲੇਨ ਕਰੋਗੇ ਆਪਦੇ ਕੁਐਸਚਨਸ ਦੇ ਆਨਸਰਸ ਦੇ ਥਰੂ ਕਿ ਹੂ ਆਰ ਯੂ, ਠੀਕ ਹੈ। ਤਾਂ ਕੰਸੀਡਰ ਇੰਟਰੋਡਕਟਰੀ ਪਾਰਟ ਐਜ਼ ਹੂ ਆਰ ਯੂ, ਠੀਕ ਹੈ। ਤੁਹਾਡੇ ਤੋਂ ਇਹ ਪੁੱਛ ਰਿਹਾ ਕਿ ਤੁਸੀਂ ਹੋ ਕੌਣ, ਠੀਕ ਹੈ ਜੀ। ਤਾਂ ਇਹਦੇ 'ਚ ਜਿਹੜੇ ਕੁਐਸਚਨਸ ਆ, ਜਿਹੜੇ ਟੌਪਿਕਸ ਮੋਸਟਲੀ ਪੁੱਛੇ ਜਾਂਦੇ ਆ, ਠੀਕ ਹੈ, ਉਹ ਮੋਸਟਲੀ ਰਿਲੇਟਡ ਟੂ ਹੁੰਦੇ ਆ ਤੁਹਾਡੇ ਹੋਮ, ਅਕੋਮੋਡੇਸ਼ਨ, ਤੁਹਾਡੇ ਵਰਕ ਰਿਲੇਟਡ, ਤੁਹਾਡੀ ਸਟੱਡੀ ਰਿਲੇਟਡ, ਤੁਹਾਡੀ ਫੈਮਿਲੀ ਅਤੇ ਫਰੈਂਡਸ ਰਿਲੇਟਡ ਹੀ ਕੁਐਸਚਨਸ ਪੁੱਛੇ ਜਾਂਦੇ ਆ। ਇਹਦੇ ਲਈ ਮੈਂ ਤੁਹਾਨੂੰ ਇੱਕ ਬੁੱਕ ਵੀ ਰਿਕਮੈਂਡ ਕਰ ਦਿੰਦੀ ਹਾਂ ਕਿ ਮੱਕੜ ਆਇਲਸ ਦੀ ਜਿਹੜੀ ਆ PDF ਆਉਂਦੀ ਆ, 3 ਮੰਥਸ ਬਾਅਦ ਉਹ ਚੇਂਜ ਹੋ ਜਾਂਦੀ ਆ, ਠੀਕ ਹੈ। ਤਾਂ 3 ਮੰਥਸ ਲਈ ਉਹ ਅਵੇਲੇਬਲ ਹੁੰਦੀ ਆ। ਮੰਨ ਲਓ ਤੁਸੀਂ ਸੈਪਟੈਂਬਰ 'ਚ ਐਗਜ਼ਾਮ ਭਰਿਆ, ਤਾਂ ਉਹ ਅਗਰ ਅਗਸਤ ਤੋਂ ਅਕਤੂਬਰ ਅਵੇਲੇਬਲ ਸੀਗੀ, ਤਾਂ ਤੁਹਾਡਾ ਐਗਜ਼ਾਮ ਉਸੇ ਵਿੱਚੋਂ ਆਊਗਾ। ਮੋਸਟਲੀ 99% ਕੇਸਿਸ ਦੇ ਵਿੱਚ ਕੁਐਸਚਨਸ ਆ ਜਿਹੜੇ ਦੇ ਆਰ ਆਸਕਡ ਫਰੋਮ ਮੱਕੜ ਆਇਲਸ, ਠੀਕ ਹੈ ਜੀ। ਤਾਂ ਇੰਟਰੋਡਕਟਰੀ ਪਾਰਟ ਦੇ ਵਿੱਚ 4 ਕੁਐਸਚਨਸ ਪੈਟ ਹੁੰਦੇ ਆ ਜਿਹੜੇ ਪੁੱਛੇ ਹੀ ਜਾਂਦੇ ਆ ਹਮੇਸ਼ਾ। ਤਾਂ ਜਿਹੜੇ ਪਹਿਲੇ ਕੁਐਸਚਨਸ, ਜਿਹੜੇ ਮੈਂ 4 ਕੁਐਸਚਨਸ ਕਹਿ ਰਹੀ ਹਾਂ, ਸੀਕੁਐਂਸ ਵਾਈਜ਼ ਇਸੇ ਸੀਕੁਐਂਸ 'ਚ ਪੁੱਛੇ ਜਾਂਦੇ ਆ। ਮੈਂ ਉਹਨਾਂ ਨੂੰ ਲਿਖ ਕੇ ਵੀ ਦਿਖਾਇਆ ਹੋਇਆ ਤੁਹਾਨੂੰ
ਕਿ ਐਗਜ਼ਾਮੀਨਰ ਤੁਹਾਡੇ ਤੋਂ ਫਸਟ ਕੁਐਸਚਨ ਪੁੱਛੇਗਾ ਵਟ ਇਜ਼ ਯੂਅਰ ਫੁੱਲ ਨੇਮ, ਤਾਂ ਇਹਦਾ ਆਨਸਰ ਤੁਸੀਂ ਕਿੱਦਾਂ ਦੇਣਾ, ਵਟ ਇਜ਼ ਯੂਅਰ ਫੁੱਲ ਨੇਮ ਤੋਂ ਤੁਹਾਡਾ ਆਨਸਰ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਮਾਈ ਫੁੱਲ ਨੇਮ ਇਜ਼ ਦਿਸ ਐਂਡ ਦਿਸ। ਤੁਸੀਂ ਉਹ ਨਾਮ ਬੋਲਣਾ ਜੋ ਤੁਹਾਡਾ ਪਾਸਪੋਰਟ 'ਤੇ ਲਿਖਿਆ ਹੋਇਆ। ਜਿੱਦਾਂ ਕਿ ਮੇਰੇ ਤੋਂ ਇਹ ਕੁਐਸਚਨ ਪੁੱਛਿਆ ਜਾਵੇ ਤਾਂ ਮੈਂ ਬੋਲੂੰਗੀ ਮਾਈ ਨੇਮ ਇਜ਼ ਮਨਦੀਪ ਕੌਰ ਧੀਮਾਨ। ਬਹੁਤ ਸਾਰੇ ਬੱਚੇ ਇਸ ਕੁਐਸਚਨ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ, ਕਈ ਵਾਰ ਉਹ ਆਨਸਰ ਇੱਦਾਂ ਦੇ ਦਿੰਦੇ ਆ ਕਿ ਮਾਈ ਫੁੱਲ ਨੇਮ ਇਜ਼ ਦਿਸ ਐਂਡ ਦਿਸ, ਠੀਕ ਹੈ। ਦੈਨ ਯੂ ਹੈਵ ਟੂ ਆਨਸਰ ਓਨਲੀ ਲਾਈਕ ਦਿਸ ਕਿ ਮਾਈ ਨੇਮ ਇਜ਼ ਮਨਦੀਪ ਕੌਰ ਧੀਮਾਨ। ਅਗਰ ਸਰਨੇਮ ਤੁਹਾਡੇ ਪਾਸਪੋਰਟ 'ਚ ਨਹੀਂ ਲਿਖਿਆ ਹੋਇਆ ਤਾਂ ਸਿੰਪਲੀ ਤੁਸੀਂ ਆਪਦਾ ਫਸਟ ਨੇਮ ਅਤੇ ਸੈਕਿੰਡ ਨੇਮ ਵੀ ਦੱਸ ਸਕਦੇ ਹੋ, ਠੀਕ ਹੈ ਜੀ। ਦਿਸ ਇਜ਼ ਯੂਅਰ ਫਸਟ ਕੁਐਸਚਨ, ਠੀਕ ਹੈ। ਐਗਜ਼ਾਮੀਨਰ ਆਫਨ ਆਸਕ ਦਿਸ ਕੁਐਸਚਨ ਐਟ ਫਸਟ, ਠੀਕ ਹੈ। ਸੈਕਿੰਡਲੀ ਉਹ ਤੁਹਾਡੇ ਤੋਂ ਕੀ ਪੁੱਛੂਗਾ, ਪੁੱਛਿਆ ਜਾਂਦਾ ਕਿ ਹਾਊ ਮੇ ਆਈ ਐਡਰੈਸ ਯੂ ਔਰ ਹਾਊ ਮੇ ਆਈ ਕਾਲ ਯੂ। ਤਾਂ ਸਿੰਪਲੀ ਤੁਹਾਡੇ ਤੋਂ ਪੁੱਛ ਰਿਹਾ ਕਿ ਮੈਂ ਤੁਹਾਨੂੰ ਕਿਹੜਾ ਨਾਮ ਲੈ ਕੇ ਬੁਲਾਵਾਂ, ਠੀਕ ਹੈ। ਤਾਂ ਤੁਸੀਂ ਕਹਿ ਸਕਦੇ ਹੋ ਕਿ ਮਾਈ ਨਿਕਨੇਮ ਇਜ਼ ਦਿਸ ਐਂਡ ਦਿਸ। ਅਗਰ ਦੱਸਣ ਲਾਇਕ ਆ, ਜਿਵੇਂ ਹੁਣ ਆਪਣਾ ਪੱਪੂ ਬੱਬੂ ਇੱਦਾਂ ਦੇ ਵੀ ਨਾਮ ਹੁੰਦੇ ਆ, ਤਾਂ ਉਹ ਦੱਸਣ ਦੀ ਲੋੜ ਨਹੀਂ ਐਗਜ਼ਾਮੀਨਰ ਨੂੰ। ਤੁਸੀਂ ਕਹਿ ਦਿਓ ਕਿ ਯੂ ਕੈਨ ਐਡਰੈਸ ਮੀ ਔਰ ਯੂ ਕੈਨ ਕਾਲ ਮੀ ਬਾਈ ਮਾਈ ਫਸਟ ਨੇਮ ਦੈਟ ਇਜ਼ ਮਨਦੀਪ। ਜਿਵੇਂ ਮੇਰਾ ਫਸਟ ਨੇਮ ਮਨਦੀਪ ਆ ਜਿਹੜਾ ਪਾਸਪੋਰਟ 'ਤੇ ਲਿਖਿਆ ਹੋਇਆ, ਤੁਸੀਂ ਇੱਦਾਂ ਵੀ ਉਹਨੂੰ ਆਨਸਰ ਕਰ ਸਕਦੇ ਹੋ। ਨੈਕਸਟ ਕੁਐਸਚਨ ਤੁਹਾਡੇ ਤੋਂ ਜਿਹੜਾ ਐਗਜ਼ਾਮੀਨਰ ਪੁੱਛਦਾ, ਉਹ ਪੁੱਛਦਾ ਤੁਹਾਡੇ ਤੋਂ ਕਿ ਮੇ ਆਈ ਸੀ ਯੂਅਰ ID ਔਰ ਮੇ ਆਈ ਸੀ ਯੂਅਰ ਆਈਡੈਂਟੀਫਿਕੇਸ਼ਨ। ਤਾਂ ਉੱਥੇ ਉਹਦਾ ਡਾਇਰੈਕਟਲੀ ਮੀਨਿੰਗ ਆ ਕਿ ਉਹ ਤੁਹਾਡਾ ਪਾਸਪੋਰਟ ਦੇਖਣਾ ਚਾਹੁੰਦਾ, ਠੀਕ ਹੈ। ਤੁਹਾਡਾ ਆਨਸਰ ਆ ਜਿਹੜਾ ਉਹ ਸਿੱਧਾ ਹੋਣਾ ਚਾਹੀਦਾ, ਹੇਅਰ ਇਜ਼ ਮਾਈ ਪਾਸਪੋਰਟ ਸਰ ਔਰ ਮੈਮ। ਅਗਰ ਸਰ ਬੈਠਾ ਤਾਂ ਸਰ ਲਗਾ ਦਿਓ, ਮੈਡਮ ਬੈਠੀ ਹੈ ਤਾਂ ਮੈਡਮ ਲਗਾ ਦਿਓ, ਠੀਕ ਹੈ। ਮੋਸਟਲੀ ਬੱਚੇ ਇਸ ਕੁਐਸਚਨ 'ਚ ਵੀ ਕਨਫਿਊਜ਼ ਹੋ ਜਾਂਦੇ, ਕਹਿੰਦੇ ਹੇਅਰ ਇਜ਼ ਇਟ, ਹੇਅਰ ਇਟ ਇਜ਼, ਠੀਕ ਹੈ। ਕਨਫਿਊਜ਼ ਹੋਣ ਦੀ ਲੋੜ ਨਹੀਂ, ਇੱਕ ਪੈਟ ਆਨਸਰ ਰੱਖੋ। ਤਾਂ ਤੁਸੀਂ ਆਨਸਰ ਕੀ ਦੇਣਾ, ਹੇਅਰ ਇਜ਼ ਮਾਈ ਪਾਸਪੋਰਟ ਸਰ। ਉਹਨੂੰ ਫੜਾਉਣਾ ਵੀ ਹੈ ਚੱਕ ਕੇ, ਕਿਉਂਕਿ ਉਹਨੇ ਚੈੱਕ ਕਰਨਾ ਤੁਹਾਡਾ ਜਿਹੜਾ ਕੋਈ ਉਹਦੇ 'ਤੇ ਪਾਸਪੋਰਟ ਨੰਬਰ ਵਗੈਰਾ ਜਾਂ ਕੁਛ ਡਿਟੇਲਸ ਆ, ਉਹ ਉਹਨੇ ਨੋਟ ਡਾਊਨ ਵੀ ਕਰਨੀਆਂ, ਠੀਕ ਹੈ। ਉਸ ਤੋਂ ਬਾਅਦ ਲਾਸਟ ਕੁਐਸਚਨ ਜਿਹੜਾ ਪੈਟ ਕੁਐਸਚਨ ਦੇ ਵਿੱਚੋਂ 4 ਦੇ ਵਿੱਚੋਂ ਲਾਸਟ ਕੁਐਸਚਨ ਪੁੱਛੂਗਾ, ਉਹ ਪੁੱਛ ਲੈਂਦਾ ਉਹ ਹੁੰਦਾ ਮੋਸਟਲੀ ਉਹ ਕਿ ਵੇਅਰ ਯੂ ਕਮ ਫਰੋਮ। ਹੁਣ ਇੱਕ ਐਡੀਸ਼ਨਲ ਕੁਐਸਚਨ ਵੀ ਪੁੱਛਣ ਲੱਗੇ, ਵੇਅਰ ਯੂ ਕਮ ਫਰੋਮ ਤੋਂ ਤੁਸੀਂ ਦੱਸ ਸਕਦੇ ਹੋ, ਠੀਕ ਹੈ, ਤੁਸੀਂ ਕਿੱਥੋਂ ਆਏ ਹੋ, ਕਿੱਥੇ ਰਹਿੰਦੇ। ਵੀ ਇੱਕ ਪੈਟ ਆਨਸਰ ਰੱਖ ਲਓ, ਵੇਅਰ ਯੂ ਕਮ ਫਰੋਮ ਦਾ ਪੈਟ ਆਨਸਰ ਰੱਖ ਲਓ ਆਈ ਹੇਲ ਫਰੋਮ। ਆਈ ਹੇਲ ਫਰੋਮ ਜਿਵੇਂ ਮੇਰੇ ਤੋਂ ਪੁੱਛਿਆ ਜਾਵੇ ਤਾਂ ਮੈਂ ਕਹੂੰਗੀ ਆਈ ਹੇਲ ਫਰੋਮ ਬਠਿੰਡਾ। ਆਪਦੀ ਜਗ੍ਹਾ ਦਾ ਨਾਮ ਦੱਸ ਦਿਓ ਜਿੱਥੇ ਤੁਸੀਂ ਰਹਿੰਦੇ ਹੋ, ਠੀਕ ਹੈ। ਕਈ ਕਹਿੰਦੇ ਆ ਆਈ ਬਿਲੋਂਗ ਟੂ ਬਠਿੰਡਾ, ਆਈ ਬਿਲੋਂਗ ਟੂ ਫਾਜ਼ਿਲਕਾ, ਆਈ ਬਿਲੋਂਗ ਟੂ ਫਰੀਦਕੋਟ। ਬਿਲੋਂਗ ਟੂ ਇੱਥੇ ਯੂਜ਼ ਨਹੀਂ ਕਰਨਾ, ਆਈ ਹੇਲ ਫਰੋਮ ਬਠਿੰਡਾ ਹੀ ਯੂਜ਼ ਕਰਨਾ, ਠੀਕ ਹੈ। ਕਿਉਂ ਨਹੀਂ ਯੂਜ਼ ਕਰਨਾ ਬਿਲੋਂਗ ਟੂ, ਕਿਸੇ ਹੋਰ ਵੀਡੀਓ 'ਚ ਡਿਸਕਸ਼ਨ ਕਰਾਂਗੇ ਕਦੇ ਫਿਰ, ਠੀਕ ਹੈ ਜੀ। ਅੱਜ ਕੱਲ੍ਹ ਜਿਹੜਾ ਐਡੀਸ਼ਨਲ ਕੁਐਸਚਨ ਪੁੱਛਿਆ ਜਾਂਦਾ ਮੈਂ ਉਹਦੇ ਬਾਰੇ ਦੱਸ ਦਿੰਦੀ ਹਾਂ। ਅੱਜ ਕੱਲ੍ਹ ਤੁਹਾਡੇ ਤੋਂ ਇੱਦਾਂ ਵੀ ਪੁੱਛ ਲੈਂਦੇ ਨੇ ਕਿ ਹੈਵ ਯੂ ਐਨੀ ਇਲੈਕਟ੍ਰੋਨਿਕ ਡਿਵਾਈਸ ਵਿਦ ਯੂ ਰਾਈਟ ਨਾਓ, ਠੀਕ ਹੈ। ਇੱਥੇ ਉਹਨਾਂ ਦਾ ਮੀਨਿੰਗ ਇਹ ਹੈ ਕਿ ਤੁਹਾਡੇ ਕੋਲ ਕੋਈ ਮੋਬਾਈਲ ਫੋਨ ਜਾਂ ਕੋਈ ਹੋਰ ਇਲੈਕਟ੍ਰੋਨਿਕ ਡਿਵਾਈਸ ਤੁਸੀਂ ਆਪਦੇ ਨਾਲ ਤਾਂ ਨਹੀਂ ਲੈ ਕੇ ਆਏ। ਤੁਸੀਂ ਸਿੰਪਲੀ ਕਹਿ ਸਕਦੇ ਹੋ ਨੋ ਸਰ ਆਈ ਡੋਂਟ ਹੈਵ ਐਨੀ ਇਲੈਕਟ੍ਰੋਨਿਕ ਡਿਵਾਈਸ ਵਿਦ ਮੀ ਰਾਈਟ ਨਾਓ, ਠੀਕ ਹੈ। ਜਾਂ ਸਿੰਪਲੀ ਕਹਿ ਦਿਓ ਨੋ ਸਰ, ਇੰਨਾ ਵੀ ਚੱਲੂਗਾ, ਠੀਕ ਹੈ। ਇਹ ਸਾਰੇ ਪੈਟ ਕੁਐਸਚਨਸ ਆਨਸਰ ਕਰਤੇ ਆਪਾਂ ਹੁਣ। ਇਹਨਾਂ ਕੁਐਸਚਨਸ ਤੋਂ ਬਿਨਾਂ ਤੁਹਾਡੇ ਤੋਂ ਉਹ 2 ਟੌਪਿਕਸ ਪੁੱਛੂਗਾ। ਜਿਵੇਂ ਮੰਨ ਲਓ ਤੁਹਾਡੇ ਤੋਂ ਹੋਮ ਬਾਰੇ ਕੁਐਸਚਨਸ ਪੁੱਛ ਲਏ ਜਾਂ ਤੁਹਾਡੀ ਅਕੋਮੋਡੇਸ਼ਨ ਬਾਰੇ ਪੁੱਛ ਲਏ, ਤਾਂ 3-4 ਕੁਐਸਚਨਸ ਅਕੋਮੋਡੇਸ਼ਨ ਬਾਰੇ ਪੁੱਛ ਕੇ ਦੈਨ ਉਹ ਕਿਸੇ ਹੋਰ ਟੌਪਿਕ 'ਤੇ ਮੂਵ ਔਨ ਕਰ ਜੂਗਾ। ਤੁਸੀਂ ਮੱਕੜ ਦੀ ਬੁੱਕ ਆ ਜਿਹੜੀ ਉਹਦੇ ਇੰਟਰੋਡਕਟਰੀ ਕੁਐਸਚਨਸ ਪੜ੍ਹ ਕੇ ਜਾਓਗੇ, ਉਹ 'ਚ ਦੱਸਿਆ ਹੁੰਦਾ ਕਿ ਇੰਟਰੋਡਕਟਰੀ ਸੈਕਸ਼ਨ ਦੇ ਵਿੱਚ ਸੈਕਸ਼ਨ 1 ਦੇ ਵਿੱਚ ਪਾਰਟ 1 ਦੇ ਵਿੱਚ ਉਹ ਤੁਹਾਡੇ ਤੋਂ ਕਿਸ ਤਰ੍ਹਾਂ ਦੇ ਕੁਐਸਚਨਸ ਪੁੱਛ ਸਕਦਾ। ਤਾਂ 2 ਟੌਪਿਕਸ ਕਵਰ ਕਰੂਗਾ ਸੈਕਸ਼ਨ 1 ਦੇ ਵਿੱਚ। ਤਾਂ ਸੈਕਸ਼ਨ 1 ਦੇ ਜਿਹੜੇ ਆਨਸਰਸ ਆ, ਠੀਕ ਹੈ, ਉਹ ਮੋਸਟਲੀ ਬੱਚਿਆਂ ਨੂੰ ਲੱਗਦਾ ਕਿ ਅਸੀਂ ਨਾ ਸਹੀ ਦੇ ਕੇ ਆਏ ਹਾਂ, ਸਾਨੂੰ ਜਿਵੇਂ ਇੰਸਟੀਟਿਊਟ ਨੇ ਸਿਖਾਇਆ ਸੀ ਅਸੀਂ ਉੱਦਾਂ ਆਨਸਰ ਕਰਕੇ ਆਏ ਹਾਂ, ਮੇਰੇ ਤਾਂ ਵਧੀਆ ਬੈਂਡ ਆਉਣਗੇ, ਹਰ ਕਿਸੇ ਦੇ ਦਿਮਾਗ 'ਚ ਹੁੰਦਾ। ਬਟ ਇੱਕ ਚੀਜ਼ ਦੇ ਵਿੱਚ ਗੜਬੜ ਕਰ ਦਿੰਦੇ ਆ ਸਟੂਡੈਂਟਸ ਕਿ ਉਹ ਸੋਚਦੇ ਆ ਇਹ ਕੁਐਸਚਨਸ ਆ ਜਿਹੜੇ ਉਹ 1 ਲਾਈਨ ਹੀ ਹੋਣੇ ਚਾਹੀਦੇ ਆ। ਨਹੀਂ ਜੀ, ਜਦੋਂ ਤੱਕ ਕੁਐਸਚਨ ਜਿਹੜਾ ਐਗਜ਼ਾਮੀਨਰ ਆ ਉਹ ਤੁਹਾਡੇ ਤੋਂ ਕ੍ਰੋਸ ਕੁਐਸਚਨ ਨਹੀਂ ਕਰਦਾ, ਤੁਸੀਂ ਬੋਲਦੇ ਰਹਿਣਾ, ਠੀਕ ਹੈ, ਤੁਸੀਂ ਚੁੱਪ ਨਹੀਂ ਕਰਨਾ ਹੈਗਾ। ਇਹ ਗੱਲ ਸਮਝਾਉਣ ਤੋਂ ਮੇਰਾ ਮੀਨਿੰਗ ਇਹ ਨਹੀਂ ਹੈਗਾ ਕਿ ਮੈਂ ਕਿਸੇ ਆਇਲਸ ਟ੍ਰੇਨਰ ਨੂੰ ਜਾਂ ਕਿਸੇ ਇੰਸਟੀਟਿਊਟ ਨੂੰ ਮਾੜਾ ਕਹਿ ਰਹੀ ਹਾਂ, ਠੀਕ ਹੈ। ਇਹ ਮੇਰਾ ਖੁਦ ਦਾ ਐਕਸਪੀਰੀਅੰਸ ਆ। ਮੰਨ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਉਣੀ ਆ। ਤੁਹਾਡੇ ਤੋਂ ਉਹਨੇ ਪੁੱਛਿਆ ਕਿ ਹਾਊ ਯੂਅਰ ਹੋਮ ਲੁੱਕ ਲਾਈਕ, ਠੀਕ ਹੈ, ਹਾਊ ਯੂਅਰ ਹਾਊਸ ਲੁੱਕ ਲਾਈਕ, ਠੀਕ ਹੈ। ਤਾਂ ਬਰੀਫਲੀ ਐਕਸਪਲੇਨ ਕਰ ਦਿਓ ਤੁਸੀਂ ਉਹਨੂੰ, ਠੀਕ ਹੈ, ਕਿ 2 BHK ਹੈ, 3 BHK, ਇਹਦੇ 'ਚ ਬੈਕਯਾਰਡ 'ਤੇ ਇੱਕ ਗਾਰਡਨ ਆ, ਠੀਕ ਹੈ, 'ਚ ਫਰੰਟ 'ਤੇ ਇੱਕ ਅਸੀਂ ਗਰਾਜ ਬਣਾਇਆ ਹੋਇਆ ਜੀ, ਠੀਕ ਹੈ। ਤੋਂ ਕੁਐਸਚਨ ਇਹ ਮੰਨ ਲਓ ਕੁਐਸਚਨ ਤੁਹਾਡੇ ਤੋਂ ਇਹ ਪੁੱਛਿਆ ਜਾਂਦਾ ਕਿ
ਹਾਊ ਔਫਨ ਯੂ ਵੀਅਰ ਜੀਨਸ, ਠੀਕ ਹੈ। ਤਾਂ ਤੁਸੀਂ ਕਹਿ ਸਕਦੇ ਹੋ, ਜਿੱਦਾਂ ਮੈਂ ਆਨਸਰ ਇਹਦਾ ਇੱਦਾਂ ਦੇਵਾਂਗੀ ਕਿ ਆਈ ਐਮ ਫਰੋਮ ਅ ਪੰਜਾਬੀ ਫੈਮਿਲੀ, ਆਈ ਲਵ ਮਾਈ ਕਲਚਰ, ਆਈ ਯੂਜ਼ਲੀ ਵੀਅਰ ਸਲਵਾਰ ਸੂਟ, ਬਟ ਔਫਨ ਆਈ ਵਿਜ਼ਿਟ ਮਾਈ ਫਰੈਂਡਸ ਹੂ ਆਰ ਫਰੋਮ ਅ ਫੋਰਨ ਕੰਟਰੀ ਔਰ ਹੂ ਆਰ ਫਰੋਮ ਸਿਟੀ, ਦੈਨ ਆਈ ਵੀਅਰ ਜੀਨਸ, ਠੀਕ ਹੈ। ਆਈ ਮਸਟ ਸੇ ਆਈ ਓਕੇਜ਼ਨਲੀ ਵੀਅਰ ਜੀਨਸ। ਇਸ ਤਰ੍ਹਾਂ ਦਾ ਆਨਸਰ ਦੇ ਸਕਦੇ ਹੋ ਤੁਸੀਂ ਉਸਨੂੰ, ਠੀਕ ਹੈ। ਤੁਸੀਂ ਉਸ ਬੰਦੇ ਨਾਲ ਗੱਲ ਕਰ ਰਹੇ ਹੋ ਐਗਜ਼ਾਮੀਨਰ ਨਾਲ, ਉਹਨੂੰ ਇਹ ਲੱਗੇ ਕਿ ਤੁਸੀਂ ਉਹਦੇ ਨਾਲ ਗੱਲਾਂ ਕਰਨ 'ਚ ਇੰਟਰਸਟਡ ਹੋ, ਠੀਕ ਹੈ। ਤੁਹਾਡੇ ਆਨਸਰਸ ਇਹ ਨਹੀਂ ਹੈਗੇ ਕਿ ਉਹਨੇ ਕੁਐਸਚਨ ਬੋਲਿਆ ਅਤੇ ਤੁਸੀਂ ਨਾਲ ਦੀ ਨਾਲ ਆਨਸਰ ਦੇ ਕੇ ਚੁੱਪ ਹੋ ਕੇ ਬਹਿ ਗਏ, ਠੀਕ ਹੈ। ਆਨਸਰਸ ਆ ਜਿਹੜੇ ਉਹ ਤੁਹਾਡੇ ਸੈਟਿਸਫੈਕਟਰੀ ਹੋਣੇ ਚਾਹੀਦੇ ਆ, ਠੀਕ ਹੈ। ਉਹਨੂੰ ਲੱਗੇ ਕਿ ਵਾਕਈ ਇੱਕ ਇੰਟਰਵਿਊ ਚੱਲ ਰਹੀ ਆ, ਠੀਕ ਹੈ। ਧਿਆਨ ਦੇਣਾ ਇਸ ਗੱਲ 'ਤੇ। ਆਨਸਰਸ ਆ ਜਿਹੜੇ ਤੁਹਾਡੇ ਮੋਰ ਦੈਨ 2 ਲਾਈਨਸ ਦੇ ਹੋਣੇ ਚਾਹੀਦੇ ਆ। ਫਸਟ ਸੈਕਸ਼ਨ ਦੇ ਆਨਸਰਸ ਵੀ, ਜਿਹੜਾ ਪਾਰਟ 1 ਆ ਇੰਟਰੋਡਕਟਰੀ ਕੁਐਸਚਨਸ ਆ ਜਿਹੜੇ, ਉਹ ਵੀ ਲੰਬੇ ਹੋਣੇ। ਤਾਂ ਮੇਰਾ ਜਿਹੜਾ ਅੱਜ ਦਾ ਇਹ ਵੀਡੀਓ ਸੀ ਉਹ ਮੋਸਟਲੀ ਕੁਐਸਚਨਸ ਇੰਟਰੋਡਕਟਰੀ ਪਾਰਟ ਦੇ, ਜਿਹੜੇ ਇੰਟਰੋਡਕਟਰੀ ਸੈਕਸ਼ਨ ਦੇ ਕੁਐਸਚਨ ਸੀਗੇ ਉਹਨਾਂ ਨੂੰ ਕਵਰ ਕਰਨ ਰਿਲੇਟਡ ਸੀਗਾ, ਠੀਕ ਹੈ। ਤਾਂ ਇਹਦੇ 'ਚ ਜਿਹੜੀ ਬੈਸਟ ਟਿਪ ਆ ਮੈਨੂੰ ਲੱਗਦਾ ਜਿਹੜੀ ਤੁਹਾਨੂੰ ਨੋਟ ਡਾਊਨ ਕਰ ਲੈਣੀ ਚਾਹੀਦੀ ਆ ਉਹ ਇਹੀ ਆ ਕਿ ਤੁਹਾਡੇ ਕੁਐਸਚਨਸ ਦੇ ਆਨਸਰਸ ਆ ਜਿਹੜੇ ਉਹ 1 ਲਾਈਨ ਨਹੀਂ ਹੋਣੇ ਚਾਹੀਦੇ। ਤੁਹਾਨੂੰ ਕ੍ਰਾਸ ਕੁਐਸਚਨਿੰਗ ਕਰੇ ਬੰਦਾ, ਉਸ ਤੋਂ ਪਹਿਲਾਂ ਤੁਸੀਂ ਬੋਲੀ ਜਾਓ, ਉਸ ਤੋਂ ਪਹਿਲਾਂ ਤੁਸੀਂ ਆਪਦਾ ਆਨਸਰ ਦੇ ਜਾਓ, ਠੀਕ ਹੈ। ਹਰ ਜਗ੍ਹਾ ਵੀ ਇਹ ਨੈਸੈਸਰੀ ਨਹੀਂ ਹੈਗਾ, ਉਹ ਮੈਂ ਸਮਝਾਉਣੀ ਹੈ। ਹਰ ਜਗ੍ਹਾ ਲੰਬਾ ਆਨਸਰ ਦੇਣਾ ਜ਼ਰੂਰੀ ਕਿਉਂ ਨਹੀਂ। ਮੰਨ ਲਓ ਤੁਹਾਡੇ ਤੋਂ ਉਹਨੇ ਇੰਨਾ ਹੀ ਪੁੱਛਿਆ ਕਿ ਵਟ ਇਜ਼ ਯੂਅਰ ਕੁਆਲੀਫਿਕੇਸ਼ਨ, ਠੀਕ ਹੈ। ਤਾਂ ਤੁਸੀਂ ਸਿੱਧਾ ਕਹਿ ਦੋਗੇ ਕਿ ਆਈ ਹੈਵ ਕੰਪਲੀਟਡ ਮਾਈ ਮਾਸਟਰਸ ਫਰੋਮ ਦਿਸ ਐਂਡ ਦਿਸ ਯੂਨੀਵਰਸਿਟੀ, ਠੀਕ ਹੈ, ਐਂਡ ਸਕੋਰਡ ਦਿਸ, ਠੀਕ ਹੈ। ਹੁਣ ਬੜਾ ਲੰਬਾ ਚੌੜਾ ਖਿੱਚਣ ਦੀ ਲੋੜ ਨਹੀਂ, ਤੁਸੀਂ ਸਿਰਫ ਇਹ ਦੱਸੋ ਕਿ ਮੈਂ ਗ੍ਰੈਜੂਏਸ਼ਨ ਤੇ ਜਿਹੜੀ ਮਾਸਟਰਸ ਆ ਫਲਾਨੀ ਜਗ੍ਹਾ ਤੋਂ ਕੀਤੀ ਆ ਮੇਰੀ ਪਰਸੈਂਟੇਜ ਆ ਵੱਧ ਤੋਂ ਵੱਧ, ਠੀਕ ਹੈ। ਹਰ ਕੁਐਸਚਨ ਨੂੰ ਵੀ ਲੰਬਾ ਨਹੀਂ ਖਿੱਚਣਾ ਹੈ ਆਪਾਂ। ਬਾਕੀ ਕੁਐਸਚਨਸ ਦੇ ਆਨਸਰਸ ਆ ਜਿਹੜੇ ਦੇਖ ਕੇ ਉਹ ਲੰਬੇ ਦੇਣੇ ਆਪਾਂ, ਠੀਕ ਹੈ ਜੀ। ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਇਹਨੂੰ ਵੀ ਕੰਟੀਨਿਊ ਕਰਾਂਗੇ ਕਿ ਕਿੱਦਾਂ ਕੁਛ ਕੁਐਸਚਨਸ ਦੇ ਆਨਸਰਸ ਤੁਸੀਂ ਲੌਂਗ ਦੇ ਸਕਦੇ ਹੋ, ਕਿਵੇਂ ਉਹਦੇ ਵਿੱਚ ਕੁਛ ਐਡ ਆਨ ਕਰ ਸਕਦੇ ਹੋ ਅਗਰ ਤੁਹਾਡੇ ਤੋਂ ਨਹੀਂ ਬਣ ਰਿਹਾ ਆਨਸਰ ਜਿਹੜਾ ਲੌਂਗ ਹੈ, ਠੀਕ ਹੈ। ਜਾਂ ਫਿਰ ਆਪਾਂ ਉਸ ਤੋਂ ਬਾਅਦ ਜਿਹੜਾ ਸੈਕਿੰਡ ਸੈਕਸ਼ਨ ਹੈ ਅਤੇ ਥਰਡ ਸੈਕਸ਼ਨ ਹੈ ਪਾਰਟ 2 ਅਤੇ ਪਾਰਟ 3 ਆ, ਉਹਦਾ ਵੀ ਡਿਸਕਸ਼ਨ ਕਰਨਾ, ਠੀਕ ਹੈ। ਅਗਰ ਇਹ ਵੀਡੀਓ ਸਪੀਕਿੰਗ ਵਾਲੀ ਤੁਹਾਨੂੰ ਪਸੰਦ ਆਈ ਆ, ਠੀਕ ਹੈ, ਤਾਂ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਵੀਡੀਓ ਨੂੰ ਲਾਈਕ ਵੀ ਕਰ ਸਕਦੇ ਹੋ। ਥੈਂਕ ਯੂ ਸੋ ਮਚ।